हेलो स्टूडेंट्स, ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਸੀ ਚੈਪਟਰ ਨੰਬਰ 2 ਆਫ ਸੈਮੀਕੰਡਕਟਰ ਡਾਇਓਡਸ, ਜਿਹਦੇ ਵਿੱਚ ਤੁਸੀਂ ਪੀਐਨ ਜੰਕਸ਼ਨ ਪੜ੍ਹ ਰਹੇ ਸੀਗੇ। ਪੀਐਨ ਜੰਕਸ਼ਨ 'ਚ ਅੱਗੇ ਪੜ੍ਹਨ ਤੋਂ ਪਹਿਲਾਂ ਆਪਾਂ ਕੁਝ ਕੰਪੋਨੈਂਟਸ 'ਤੇ ਨਜ਼ਰ ਪਾਵਾਂਗੇ। ਤੇ ਇਲੈਕਟ੍ਰੋਨਿਕਸ ਦੇ ਵਿੱਚ ਦੋ ਤਰੀਕੇ ਦੇ ਕੰਪੋਨੈਂਟਸ ਹੁੰਦੇ ਆ, ਪੈਸਿਵ ਕੰਪੋਨੈਂਟਸ ਹੁੰਦੇ ਆ ਤੇ ਐਕਟਿਵ ਕੰਪੋਨੈਂਟਸ ਹੁੰਦੇ ਆ। ਜਿਹੜੇ ਪੈਸਿਵ ਕੰਪੋਨੈਂਟਸ ਹੁੰਦੇ ਉਹ ਵਾਲੇ ਕੰਪੋਨੈਂਟਸ ਹੁੰਦੇ ਜਿਹੜੇ ਕੋਈ ਕੰਮ ਨਹੀਂ ਕਰਦੇ, ਠੀਕ ਹੈ, ਜਿਹੜੇ ਕਿ ਪ੍ਰੋਸੈਸ ਨਹੀਂ ਕਰਦੇ ਸਿਗਨਲ ਨੂੰ, ਜਿਨ੍ਹਾਂ ਨੂੰ ਕੋਈ ਆਪਰੇਸ਼ਨ ਕਰਨ ਲਈ ਪਾਵਰ ਸਪਲਾਈ ਦੀ ਲੋੜ ਪੈਂਦੀ, ਉਹ ਹੁੰਦੇ ਰਜਿਸਟਰ, ਕਪੈਸਿਟਰ ਤੇ ਇੰਡਕਟਰ। ਜਿਹੜੇ ਐਕਟਿਵ ਕੰਪੋਨੈਂਟਸ ਹੁੰਦੇ ਆ ਉਹ ਪ੍ਰੋਸੈਸ ਵੀ ਕਰਦੇ ਆ ਸਿਗਨਲ ਨੂੰ ਤੇ ਐਂਪਲੀਫਾਈ ਵੀ ਕਰਦੇ ਆ। ਉਹਦੇ ਅੰਦਰ ਜਿਹੜੇ ਕੰਪੋਨੈਂਟਸ ਆਉਂਦੇ ਉਹ ਹੁੰਦੇ ਡਾਇਓਡ। ਡਾਇਓਡ ਦੇ ਵਿੱਚ ਕਿਹੜੀ ਡਾਇਓਡ ਆਉਂਦੀ ਹੈ? ਪੀਐਨ ਜੰਕਸ਼ਨ ਡਾਇਓਡ ਆਉਂਦੀ ਹੈ, ਜ਼ੀਨਰ ਡਾਇਓਡ ਆਉਂਦੀ ਹੈ, ਫੋਟੋ ਡਾਇਓਡ ਆਉਂਦੀ ਹੈ ਤੇ ਐਲਈਡੀ ਆਉਂਦੀ ਹੈ। ਅਸੀਂ 1 ਬਾਏ 1 ਇਹਨਾਂ ਨੂੰ ਦੇਖਾਂਗੇ ਕਿ ਇਹ ਕਿਸ ਤਰ੍ਹਾਂ ਕਿਸ ਕੰਮ ਲਈ ਯੂਜ਼ ਹੁੰਦੇ ਆ। ਸਭ ਤੋਂ ਪਹਿਲਾ ਕੰਪੋਨੈਂਟ ਜਿਹੜਾ ਪੈਸਿਵ ਕੰਪੋਨੈਂਟ 'ਚ ਆਉਂਦਾ ਉਹ ਆਉਂਦਾ ਰਜਿਸਟਰ। ਰਜਿਸਟਰ ਦੇਖਣ 'ਚ ਇਸ ਤਰ੍ਹਾਂ ਦਾ ਲੱਗਦਾ ਤੇ ਰਜਿਸਟੈਂਸ ਨੂੰ ਆਪਾਂ ਮੇਜਰ ਕਰਦੇ ਆ ਓਮਸ ਦੇ ਅੰਦਰ। ਰਜਿਸਟੈਂਸ ਦਾ ਸਿੰਬਲ ਇਹ ਵਾਲਾ ਹੁੰਦਾ ਤੇ ਉੱਪਰ ਆਰ ਲਿਖਿਆ ਹੁੰਦਾ। ਇਹ ਰਜਿਸਟੈਂਸ ਇਸ ਤਰ੍ਹਾਂ ਦਾ ਦਿਖਾਈ ਦਿੰਦਾ। ਰਜਿਸਟੈਂਸ ਜਿਹੜਾ ਯੂਜ਼ ਕਰਦੇ ਆ ਆਪਾਂ ਕਰੰਟ ਨੂੰ ਘੱਟ ਕਰਨ ਲਈ, ਜਿੱਥੇ ਆਪਾਂ ਨੂੰ ਕਰੰਟ ਦੀ ਵੈਲਿਊ ਘੱਟ ਕਰਨੀ ਹੁੰਦੀ ਉੱਥੇ ਆਪਾਂ ਰਜਿਸਟੈਂਸ ਲਗਾਉਂਦੇ ਹਾਂ। ਨੈਕਸਟ ਕੰਪੋਨੈਂਟ ਹੈਗਾ ਕਪੈਸਿਟਰ। ਕਪੈਸਿਟਰ ਦੋ ਤਰੀਕੇ ਦੇ ਕਪੈਸਿਟਰ ਹੁੰਦੇ ਆ। ਇੱਕ ਕਪੈਸਿਟਰ ਹੁੰਦਾ ਮਾਈਕਾ ਕਪੈਸਿਟਰ, ਇੱਕ ਹੁੰਦਾ ਇਲੈਕਟ੍ਰੋਲਾਈਟਿਕ ਕਪੈਸਿਟਰ। ਜਿਹੜਾ ਮਾਈਕਾ ਕਪੈਸਿਟਰ ਹੈ ਉਹਦੇ ਅੰਦਰ ਤੁਸੀਂ ਦੋ ਲਾਈਨਾਂ ਪਾ ਕੇ ਇਹ ਮਾਈਕਾ ਕਪੈਸਿਟਰ ਹੈਗਾ। ਇਲੈਕਟ੍ਰੋਲਾਈਟਿਕ ਕਪੈਸਿਟਰ ਦੇ ਅੰਦਰ ਆਪਾਂ ਇੱਕ ਪੋਲੈਰਿਟੀ ਸ਼ੋ ਕਰਾਂਗੇ, ਇੱਕ ਪਾਸੇ ਪੋਜ਼ਿਟਿਵ ਤੇ ਇੱਕ ਪਾਸੇ ਨੈਗੇਟਿਵ। ਆਹ ਮਾਈਕਾ ਕਪੈਸਿਟਰ ਹੈਗਾ ਜਿਹਦੇ ਅੰਦਰ ਕੋਈ ਪੋਲੈਰਿਟੀ ਦੀ ਲੋੜ ਨਹੀਂ ਪੈਂਦੀ। ਆਹ ਹੈਗਾ ਇਲੈਕਟ੍ਰੋਲਾਈਟਿਕ ਕਪੈਸਿਟਰ ਜਿਹਦਾ ਦੋ ਲੈਗਸ ਹੁੰਦੀ ਹੈ, ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ। ਕਪੈਸਿਟਰ ਜਿਹੜਾ ਆਪਾਂ એનર્ਜੀ ਨੂੰ ਸਟੋਰ ਕਰਨ ਲਈ ਯੂਜ਼ ਕਰਦੇ ਹਾਂ। ਕਪੈਸਿਟਰ 'ਚ ਜਿਹੜੀ એનર્ਜੀ ਸਟੋਰ ਹੁੰਦੀ ਹੈ ਦੈਟ ਇਜ਼ ਇਕੁਅਲ ਟੂ ਹਾਫ CV ਸਕੁਅਰ। ਹਾਫ CV ਸਕੁਅਰ 1/2 CV ਸਕੁਅਰ। ਵੋਲਟੇਜ ਦੀ ਵੈਲਿਊ ਪਾਓ, ਕਪੈਸਿਟੈਂਸ ਦੀ ਵੈਲਿਊ ਪਾਓ ਤੇ ਇਸ ਫਾਰਮੂਲੇ ਨਾਲ ਆਪਾਂ ਨੇ એનર્ਜੀ ਸਟੋਰਡ ਇਨ ਦਾ ਕਪੈਸਿਟਰ ਨਿਕਲ ਜਾਂਦੀ ਹੈ। ਨੈਕਸਟ ਕੰਪੋਨੈਂਟ ਹੈਗਾ ਇੰਡਕਟਰ। ਇੰਡਕਟਰ ਨੂੰ ਆਪਾਂ ਸਿੰਬਲ ਆਹ ਵਾਲਾ ਸਿੰਬਲ ਹੈਗਾ ਤੇ L ਦੇ ਨਾਲ ਸ਼ੋ ਕਰਦੇ ਹਾਂ ਔਰ ਇਹਦੀ ਜਿਹੜੀ ਵੈਲਿਊ ਹੈ ਬੇਸਿਕਲੀ ਉਹ ਸ਼ੋ ਹੁੰਦੀ ਹੈ ਇਨ ਹੈਨਰੀ, HENRY। ਆਪਾਂ ਲਿਖਦੇ ਹਾਂ L ਕਿੰਨੇ ਦਾ? ਇੰਨੇ ਹੈਨਰੀ ਦਾ। ਤੇ ਇੰਡਕਟਰ ਨੂੰ ਕੋਇਲ ਵੀ ਕਹਿੰਦੇ ਆ। ਕੋਇਲ ਇਸ ਤਰ੍ਹਾਂ ਦੀ ਕੋਇਲ ਹੁੰਦੀ ਹੈ, ਦੋ ਟਰਮੀਨਲਸ ਹੁੰਦੇ ਉਹਦੇ। ਇੰਡਕਟਰ ਜਿਹੜਾ ਹੈ ਉਹ ਬੇਸਿਕਲੀ ਯੂਜ਼ ਕਰਦੇ ਹਾਂ ਆਪਾਂ એનર્ਜੀ ਸਟੋਰ ਕਰਨ ਲਈ। ਇੰਡਕਟਰ ਦੀ એનર્ਜੀ ਸਟੋਰ ਦਾ ਫਾਰਮੂਲਾ ਹੁੰਦਾ ਹਾਫ LI ਸਕੁਅਰ, ਹਾਫ 1/2 LI ਸਕੁਅਰ। ਤੁਸੀਂ L ਦੀ ਵੈਲਿਊ ਪਾ ਸਕਦੇ ਹੋ, I ਕਰੰਟ ਦੀ ਵੈਲਿਊ ਪਾ ਸਕਦੇ ਹੋ ਤੇ ਤੁਹਾਡੀ એનર્ਜੀ ਸਟੋਰਡ ਇਨ ਦਾ ਇੰਡਕਟਰ ਨਿਕਲ ਜਾਏਗਾ। ਨੈਕਸਟ ਕੰਪੋਨੈਂਟ ਹੈਗਾ ਟਰਾਂਸਫਾਰਮਰ। ਟਰਾਂਸਫਾਰਮਰ ਜਿਹੜਾ ਹੈ ਉਹ AC ਤੇ ਕੰਮ ਕਰਦਾ ਹੈ। ਟਰਾਂਸਫਾਰਮਰ ਦਾ DC ਨਾਲ ਕੋਈ ਲੈਣਾ ਦੇਣਾ ਨਹੀਂ ਹੈ, DC ਤੇ ਇਹ ਕੰਮ ਹੀ ਨਹੀਂ ਕਰ ਸਕਦਾ। ਟਰਾਂਸਫਾਰਮਰ ਜਿਹੜਾ ਹੈ AC ਨੂੰ ਸਟੈਪ ਡਾਊਨ ਵੀ ਕਰ ਦਿੰਦਾ, AC ਨੂੰ ਘਟਾ ਵੀ ਦਿੰਦਾ, AC ਨੂੰ ਵਧਾ ਵੀ ਦਿੰਦਾ ਤੇ ਇਹ ਦੋ ਸਰਕਟ ਦੇ ਵਿੱਚ ਆਈਸੋਲੇਸ਼ਨ ਲਈ ਵੀ ਯੂਜ਼ ਕਰਦੇ ਆਪਾਂ। AC ਨੂੰ ਘਟਾਉਣ ਵਾਲਾ ਟਰਾਂਸਫਾਰਮਰ ਨੂੰ ਆਪਾਂ ਕਹਿੰਦੇ ਸਟੈਪ ਡਾਊਨ ਹੋ ਗਿਆ ਤੇ AC ਨੂੰ ਅਪ ਕਰਦਾ ਹੈ, ਜਦ AC ਉੱਪਰ ਕਰਦਾ ਹੈ ਤਾਂ ਉਹਨੂੰ ਕਹਿੰਦੇ ਸਟੈਪ ਅਪ ਟਰਾਂਸਫਾਰਮਰ ਹੋ ਗਿਆ। ਔਰ ਦੂਸਰਾ ਹੁੰਦਾ ਉਹ ਸਿਰਫ ਆਈਸੋਲੇਸ਼ਨ ਲਈ ਯੂਜ਼ ਕਰਦੇ ਆ। ਐਕਟਿਵ ਕੰਪੋਨੈਂਟਸ ਉਹ ਕੰਪੋਨੈਂਟਸ ਹੁੰਦੇ ਜਿਹੜੇ ਕੁਝ ਕੰਮ ਕਰਦੇ ਆ, ਜਿਹੜੇ ਕਿ ਐਂਪਲੀਫਾਈ ਕਰ ਸਕਦੇ ਜਾਂ ਸਿਗਨਲ ਨੂੰ ਪ੍ਰੋਸੈਸ ਕਰ ਸਕਦੇ। ਇਹਨਾਂ ਨੂੰ ਬਾਹਰੋਂ ਦੀ ਪਾਵਰ ਸਪਲਾਈ ਦੀ ਲੋੜ ਨਹੀਂ ਪੈਂਦੀ ਤੇ ਇਹਨਾਂ ਦੇ ਇਸ ਕੈਟੇਗਰੀ ਦੇ ਅੰਦਰ ਆਉਂਦੇ ਪਹਿਲਾ ਕੰਪੋਨੈਂਟ ਡਾਇਓਡ। ਡਾਇਓਡ ਦੇ ਆ ਸਿੰਬਲ ਹੁੰਦਾ, ਦੋ ਟਰਮੀਨਲ ਹੁੰਦੇ ਡਾਇਓਡ ਦੇ, ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ। ਪੋਜ਼ਿਟਿਵ ਟਰਮੀਨਲ ਨੂੰ ਆਪਾਂ ਐਨੋਡ ਕਹਿੰਦੇ ਆ ਤੇ ਨੈਗੇਟਿਵ ਟਰਮੀਨਲ ਨੂੰ ਆਪਾਂ ਕੈਥੋਡ ਕਹਿੰਦੇ ਆ। ਜਦ ਮਾਰਕੀਟ ਤੋਂ ਤੁਸੀਂ ਡਾਇਓਡ ਲੈ ਕੇ ਆਉਂਦੇ ਉੱਥੇ ਇੱਕ ਪਾਸੇ ਰਿੰਗ ਹੁੰਦੀ ਹੈ, ਇਸ ਤਰ੍ਹਾਂ ਦੀ ਵਾਈਟ ਰਿੰਗ ਬਣੀ ਹੁੰਦੀ ਹੈ। ਤਾਂ ਜਿਹੜੀ ਵਾਈਟ ਰਿੰਗ ਹੁੰਦੀ ਹੈ ਉਹ ਕੈਥੋਡ ਟਰਮੀਨਲ ਸ਼ੋ ਕਰਦੀ ਹੈ, ਜਿਹੜੀ ਵਿਦਾਊਟ ਵਾਈਟ ਰਿੰਗ ਹੁੰਦੀ ਹੈ ਉਹ ਐਨੋਡ ਟਰਮੀਨਲ ਸ਼ੋ ਕਰਦੀ ਹੈ। ਡਾਇਓਡ ਜਿਹੜੀ ਹੈ ਬੇਸਿਕਲੀ ਆਪਾਂ ਕਿਸ ਲਈ ਯੂਜ਼ ਕਰਦੇ ਹਾਂ? ਡਾਇਓਡ ਜਿਹੜੀ ਹੈ ਨਾ ਉਹ ਕਿਸੇ ਵੀ ਸਰਕਟ 'ਚ ਜਦ ਆਪਾਂ ਲਗਾਉਂਦੇ ਹਾਂ ਉਹ ਇੱਕ ਪਾਸੇ ਨੂੰ ਕਰੰਟ ਫਲੋ ਕਰਦੀ ਹੈ ਤੇ ਦੂਸਰੇ ਪਾਸੇ ਨੂੰ ਰੋਕ ਲੈਂਦੀ ਹੈ, ਯਾਨੀ ਕਿ ਇਟ ਪ੍ਰੋਵਾਈਡਸ ਦਾ ਯੂਨੀ ਡਾਇਰੈਕਸ਼ਨਲ ਫਲੋ ਆਫ ਕਰੰਟ। ਇਸੇ ਲਈ ਡਾਇਓਡ ਨੂੰ ਆਪਾਂ ਯੂਜ਼ ਕਰਦੇ ਹਾਂ ਜਦ ਆਪਾਂ AC ਨੂੰ DC ਕਨਵਰਸ਼ਨ ਦੇਣਾ ਹੁੰਦਾ, ਯਾਨੀ ਕਿ ਆਪਾਂ ਡਾਇਓਡ ਨੂੰ AC ਟੂ DC ਕਨਵਰਸ਼ਨ ਨੂੰ ਕਹਿੰਦੇ ਆ ਰੈਕਟੀਫਿਕੇਸ਼ਨ। ਤਾਂ ਐਜ਼ ਏ ਰੈਕਟੀਫਾਇਰ ਜ਼ਿਆਦਾ ਯੂਜ਼ ਕਰਦੇ ਹਾਂ ਡਾਇਓਡ। ਨੈਕਸਟ ਡਾਇਓਡ ਜਿਹੜੀ ਇੰਪੋਰਟੈਂਟ ਡਾਇਓਡ ਹੈ ਉਹ ਹੈਗੀ ਜ਼ੀਨਰ ਡਾਇਓਡ। ਜਦ ਕਿ ਨਾਰਮਲ ਡਾਇਓਡ ਜਿਹੜੀ ਹੈ ਫਾਰਵਰਡ ਬਾਇਸ 'ਚ ਕੰਮ ਕਰਦੀ ਹੈ, ਜਿਹੜੀ ਜ਼ੀਨਰ ਡਾਇਓਡ ਹੈ ਉਹ ਰਿਵਰਸ ਬਾਇਸ 'ਚ ਕੰਮ ਕਰਦੀ ਹੈ। ਹਾਲਾਂਕਿ ਜ਼ੀਨਰ ਡਾਇਓਡ ਦਾ ਟਰਮੀਨਲਸ ਵੀ ਉਹੀ ਟਰਮੀਨਲਸ ਹੁੰਦੇ ਆ ਐਨੋਡ ਕੈਥੋਡ ਦਾ, ਲੇਕਿਨ ਉਹਦੇ ਅੰਦਰ ਆ ਜਿਹੜਾ ਐਰੋ ਪਾਣਾ ਹੈ ਇਹ ਅਲੱਗ ਹੋ ਜਾਂਦਾ, ਇਹ ਸ਼ੋ ਕਰਦਾ ਦਿਸ ਇਜ਼ ਜ਼ੀਨਰ ਡਾਇਓਡ। ਜ਼ੀਨਰ ਡਾਇਓਡ ਰਿਵਰਸ ਬਾਇਸ 'ਚ ਸ਼ੋ ਆਪਰੇਟ ਕਰਦੀ ਹੈ
ਤੇ ਜ਼ੀਨਰ ਡਾਇਓਡ ਜਿੱਥੇ ਆਪਾਂ ਵੋਲਟੇਜ ਨੂੰ ਰੈਗੂਲੇਟ ਕਰਨਾ ਹੁੰਦਾ, ਯਾਨੀ ਕਿ ਵੋਲਟੇਜ ਰੈਗੂਲੇਟਰ ਐਜ਼ ਅ ਵੋਲਟੇਜ ਰੈਗੂਲੇਟਰ ਆਪਾਂ ਯੂਜ਼ ਕਰਦੇ ਹਾਂ। ਦੇਖਣ ਲਈ ਜ਼ੀਨਰ ਡਾਇਓਡ ਇਸ ਟਾਈਪ ਦੀ ਹੁੰਦੀ ਹੈ। ਇਹਦੇ ਵਿੱਚ ਵੀ ਰਿੰਗ ਜਿਹੜਾ ਕੈਥੋਡ ਸ਼ੋ ਕਰਦਾ। ਨੈਕਸਟ ਡਾਇਓਡ ਜਿਹੜੀ ਹੈ ਦੈਟ ਇਜ਼ ਫੋਟੋ ਡਾਇਓਡ। ਫੋਟੋ ਡਾਇਓਡ ਬੇਸਿਕਲੀ ਲਾਈਟ ਸੈਂਸਿਟਿਵ ਡਾਇਓਡ ਹੁੰਦੀ ਹੈ। ਇਹਦੇ ਅੰਦਰ ਇਹ ਜਦ ਆਪਰੇਟ ਕਰਦੀ ਹੈ ਜਦ ਇਹਦੇ ਅੰਦਰ ਲਾਈਟ ਫॉल, ਇਹਦੇ ਅੰਦਰ ਬੇਸਿਕਲੀ ਇਸ ਡਾਇਓਡ 'ਚ ਕੰਸਟਰਕਸ਼ਨ ਕਰਦੇ ਸਮੇਂ ਆਪਾਂ ਇੱਕ ਥੋੜਾ ਜਿਹਾ ਵਿੰਡੋ ਛੱਡ ਦਿੰਦੇ ਹਾਂ ਤਾਂ ਕਿ ਇਸ ਲਾਈਟ ਇਹਦੇ ਉੱਪਰ ਲਾਈਟ ਫॉल ਕਰ ਸਕੇ। ਆ ਜਿਹੜਾ ਐਰੋ ਅੰਦਰ ਨੂੰ ਸ਼ੋ ਕੀਤਾ ਇਹਦਾ ਮਤਲਬ ਇਹ ਹੈ ਕਿ ਇਹਦੇ ਤੋਂ ਲਾਈਟ ਆਪਰੇਟਿਵ ਡਾਇਓਡ ਹੈ। ਹਾਲਾਂਕਿ ਟਰਮੀਨਲਸ ਇਹਦੇ ਐਨੋਡ ਕੈਥੋਡ ਦੋਨੇ ਟਰਮੀਨਲਸ ਉਹੀ ਹੋਣਗੇ। ਤੇ ਇਹ ਫੋਟੋ ਡਾਇਓਡ ਬੇਸਿਕਲੀ ਯੂਜ਼ ਕਰਦੇ ਹਾਂ ਆਪਾਂ ਜਿੱਥੇ ਡਿਟੈਕਟਰਸ ਯੂਜ਼ ਕਰਨੇ ਆ, ਜਿੱਥੇ ਮਤਲਬ ਕਿ ਜਿਵੇਂ ਕਿ ਬੰਦਾ ਐਂਟਰ ਕਰ ਰਿਹਾ ਤਾਂ ਜਦ ਬੰਦਾ ਐਂਟਰ ਕਰ ਰਿਹਾ ਤਾਂ ਉਹ ਲਾਈਟ ਨੂੰ ਇੰਟਰਪਟ ਕਰੇਗਾ, ਉੱਥੇ ਐਜ਼ ਅ ਸੈਂਸਰ ਯੂਜ਼ ਕਰਦੇ ਹਾਂ ਆਪਾਂ ਫੋਟੋ ਡਾਇਓਡਸ ਨੂੰ। ਨੈਕਸਟ ਡਾਇਓਡ ਜਿਹੜੀ ਹੈ ਦੈਟ ਇਜ਼ ਲਾਈਟ ਇਮਿਟਿੰਗ ਡਾਇਓਡ। ਪਹਿਲਾਂ ਆਪਾਂ ਜਿਹੜੇ ਐਡਵਰਟਾਈਜ਼ਮੈਂਟਸ ਵਗੈਰਾ ਬਣਾਉਂਦੇ ਹੁੰਦੇ ਸੀਗੇ ਉਹ ਆਪਾਂ ਯੂਜ਼ ਕਰਦੇ ਸੀ ਉਹਦੇ ਵਿੱਚ ਐਲਈਡੀਜ਼ ਕਈ ਤਰੀਕੇ ਦੇ ਐਲਈਡੀਜ਼ ਹੁੰਦੇ, ਰੈੱਡ ਵੀ ਹੁੰਦਾ, ਬਲੂ ਵੀ ਹੁੰਦਾ, ਗ੍ਰੀਨ ਵੀ ਹੁੰਦਾ, ਹੋਰ ਵੀ ਕਈ ਐਲਈਡੀਜ਼ ਹੁੰਦੇ। ਇੱਕ ਐਲਈਡੀ ਐਸਾ ਹੁੰਦਾ ਜਿਹਦਾ ਰੰਗ ਵੀ ਨਹੀਂ ਹੁੰਦਾ, ਦੈਟ ਇਜ਼ ਵਾਈਟ ਰੰਗ ਦਾ ਹੁੰਦਾ, ਦੈਟ ਇਜ਼ ਇਨਫਰਾਰੈੱਡ। ਦਿਸ ਇਜ਼ ਇਨਫਰਾਰੈੱਡ ਐਲਈਡੀ। ਤੋ ਡਿਪੈਂਡਿੰਗ ਅਪੋਨ ਜਿਹੜਾ ਤੁਹਾਨੂੰ ਰੰਗ ਚਾਹੀਦਾ ਤੁਸੀਂ ਉਹ ਐਲਈਡੀ ਲਗਾ ਸਕਦੇ ਹੋ। ਐਲਈਡੀ ਵੀ ਬੇਸਿਕਲੀ ਇੱਕ ਜਦ ਤੁਸੀਂ ਐਲਈਡੀ ਨੂੰ ਵੋਲਟੇਜ ਦੇਣੀ ਹੈ, ਡੀਸੀ ਵੋਲਟੇਜ ਦੇਣੀ ਹੈ ਤਾਂ ਉਹ ਐਲਈਡੀ ਜਿਹੜੀ ਲਾਈਟ ਇਮਿਟ ਕਰੇਗਾ। ਇਹਦੇ ਅੰਦਰ ਜਿਹੜੀ ਲਾਈਟ ਇਮਿਟ ਹੋਣੀ ਹੈ ਨਾ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਐਲਈਡੀ, ਕਿਉਂਕਿ ਡਿਫਰੈਂਟ ਐਲਈਡੀ ਨੂੰ ਮੈਨੂਫੈਕਚਰ ਕਰਨ ਲਈ ਡਿਫਰੈਂਟ ਮਟੀਰੀਅਲਸ ਯੂਜ਼ ਕੀਤੇ ਜਾਂਦੇ। ਨੈਕਸਟ ਡਾਇਓਡ ਹੈਗੀ ਵੈਰੈਕਟਰ ਡਾਇਓਡ। ਵੈਰੈਕਟਰ ਡਾਇਓਡ ਇੱਕ ਐਸੀ ਡਾਇਓਡ ਹੈ ਜਿਹਦਾ ਕਪੈਸਿਟੈਂਸ ਜਦ ਆਪਾਂ ਕਪੈਸਿਟੈਂਸ ਦੀ ਗੱਲ ਕਰਦੇ ਹਾਂ ਨਾ ਤਾਂ ਆਪਾਂ ਦੋ ਲਾਈਨ ਦੇ ਨਾਲ ਸ਼ੋ ਕਰਦੇ ਹਾਂ। ਆ ਜਿਹੜਾ ਦੋ ਲਾਈਨ ਸ਼ੋ ਕੀਤੀ ਹੈ ਇਹਦਾ ਮਤਲਬ ਇਹ ਹੈ ਕਿ ਇਹਦਾ ਕਪੈਸਿਟੈਂਸ ਚੇਂਜ ਹੁੰਦਾ। ਇਹਦਾ ਕਪੈਸਿਟੈਂਸ ਚੇਂਜ ਹੁੰਦਾ ਹੈ ਵਿਦ ਦੀ ਅਪਲਾਈਡ ਵੋਲਟੇਜ। जैसे वोल्टेज ਨੂੰ बढ़ाओगे वैसे ਇਹਦਾ ਕਪੈਸਿਟੈਂਸ ਡਿਕਰੀਜ਼ ਹੁੰਦਾ ਰਹੇਗਾ। ਦਿਸ ਇਜ਼ ਵੈਰੈਕਟਰ ਡਾਇਓਡ। ਔਰ ਵੈਰੈਕਟਰ ਡਾਇਓਡ ਜਿਹੜਾ ਹੈ ਆਪਾਂ ਜਿਹੜੇ ਰਿਸੀਵਰਸ ਹੁੰਦੇ ਆ, ਰੇਡੀਓ ਰਿਸੀਵਰਸ ਹੁੰਦੇ ਆ, ਉਹਦੇ ਅੰਦਰ ਆਪਾਂ ਟਿਊਨਿੰਗ ਲਈ ਯੂਜ਼ ਕਰਦੇ ਹਾਂ ਕਿਉਂਕਿ ਟਿਊਨਿੰਗ ਜਦ ਕਰਨੀ ਹੁੰਦੀ ਹੈ ਤਾਂ ਟੈਂਕ ਸਰਕਟ ਦੇ ਵਿੱਚ ਆਪਾਂ ਨੂੰ ਐਲ ਔਰ ਸੀ ਦੇ ਨਾਲ ਟਿਊਨਿੰਗ ਕਰਦੇ ਹਾਂ ਤੇ ਉਹਦੇ ਅੰਦਰ ਆਪਾਂ ਸੀ ਨੂੰ ਵੈਰੀ ਕਰ ਸਕਦੇ ਹਾਂ ਯੂਜ਼ਿੰਗ ਦਾ ਵੈਰੈਕਟਰ ਡਾਇਓਡ। ਨੈਕਸਟ ਐਕਟਿਵ ਕੰਪੋਨੈਂਟ ਔਰ ਮੋਸਟ ਇੰਪੋਰਟੈਂਟ ਕੰਪੋਨੈਂਟ ਇੱਕ ਹੈਗਾ ਡਾਇਓਡ, ਇੱਕ ਹੈਗਾ ਟ੍ਰਾਂਜ਼ਿਸਟਰ। ਸਭ ਤੋਂ ਪਹਿਲਾਂ ਸਿੰਪਲ ਟ੍ਰਾਂਜ਼ਿਸਟਰ ਹੈਗਾ ਉਹ ਬਾਈ ਜੰਕਸ਼ਨ ਟ੍ਰਾਂਜ਼ਿਸਟਰ ਹੈਗਾ। ਬਾਈ ਜੰਕਸ਼ਨ ਟ੍ਰਾਂਜ਼ਿਸਟਰ ਇਹਦੇ ਅੰਦਰ ਦੋ ਜੰਕਸ਼ਨਸ ਹੁੰਦੇ ਆ ਤੇ ਇਹਦੇ ਟਰਮੀਨਲਸ ਹੁੰਦੇ ਐਮੀਟਰ, ਬੇਸ ਤੇ ਕਲੈਕਟਰ। ਐਮੀਟਰ, ਬੇਸ ਐਂਡ ਕਲੈਕਟਰ ਇਹਦੇ ਟਰਮੀਨਲਸ ਹੁੰਦੇ ਆ। ਜਿਸ ਪਾਸੇ ਨੂੰ ਆਪਾਂ ਐਰੋ ਪੁਆਇੰਟ ਕਰਨਾ ਉਹ ਐਂਡ ਸ਼ੋ ਕਰੇ, ਐਂਡ। ਤੇ ਦੋ ਤਰੀਕੇ ਟ੍ਰਾਂਜ਼ਿਸਟਰ ਦੇਖਣ ਨੂੰ ਇਸ ਤਰ੍ਹਾਂ ਦਾ ਲੱਗਦਾ। 3 ਟਰਮੀਨਲਸ ਹੁੰਦੇ ਆ, ਐਮੀਟਰ, ਬੇਸ, ਕਲੈਕਟਰ। ਤੇ ਦੋ ਤਰੀਕੇ ਦੇ ਟ੍ਰਾਂਜ਼ਿਸਟਰਸ ਹੁੰਦੇ, ਇੱਕ ਹੁੰਦਾ ਪੀਐਨਪੀ, ਇੱਕ ਹੁੰਦਾ ਐਨਪੀਐਨ। ਜਿਹੜਾ ਪੀਐਨਪੀ ਟ੍ਰਾਂਜ਼ਿਸਟਰ ਹੈ ਉਹਦੇ ਅੰਦਰ ਆਪਾਂ ਬੇਸ ਜਿਹੜਾ ਐਰੋ ਹੈ ਉਹ ਅੰਦਰ ਨੂੰ ਕਰਨਾ ਹੈ। ਇਸ ਵੇਲੇ ਐਰੋ ਅੰਦਰ ਨੂੰ ਹੈ ਨਾ ਤਾਂ ਇਹ ਹੈਗਾ ਪੀਐਨਪੀ ਟ੍ਰਾਂਜ਼ਿਸਟਰ। ਇਸ ਟ੍ਰਾਂਜ਼ਿਸਟਰ 'ਚ ਐਰੋ ਬਾਹਰ ਨੂੰ ਹੈਗਾ। ਅਗਰ ਐਰੋ ਬਾਹਰ ਨੂੰ ਹੈਗਾ ਦਿਸ ਇਜ਼ ਐਨਪੀਐਨ। ਹਾਲਾਂਕਿ ਟਰਮੀਨਲਸ ਦਾ ਨਾਮ ਉਹੀ ਰਹੇਗਾ, ਕਲੈਕਟਰ, ਬੇਸ ਤੇ ਐਮੀਟਰ। ਨੈਕਸਟ ਟ੍ਰਾਂਜ਼ਿਸਟਰ ਜਿਹੜਾ ਇੰਪੋਰਟੈਂਟ ਟ੍ਰਾਂਜ਼ਿਸਟਰ ਆਪਾਂ ਯੂਜ਼ ਕਰਦੇ ਹਾਂ ਉਹ ਹੈਗਾ ਯੂਨੀ ਜੰਕਸ਼ਨ ਟ੍ਰਾਂਜ਼ਿਸਟਰ। ਯੂਨੀ ਜੰਕਸ਼ਨ ਇਹਦੇ ਵਿੱਚ ਇੱਕੋ ਹੀ ਜੰਕਸ਼ਨ ਹੁੰਦਾ, ਯੂਨੀ ਜੰਕਸ਼ਨ ਟ੍ਰਾਂਜ਼ਿਸਟਰ। ਇਹ ਸਵਿਚਿੰਗ ਸਰਕਿਟਸ ਲਈ ਯੂਜ਼ ਹੁੰਦਾ ਯੂਨੀ ਜੰਕਸ਼ਨ ਟ੍ਰਾਂਜ਼ਿਸਟਰ। ਨੈਕਸਟ ਟ੍ਰਾਂਜ਼ਿਸਟਰ ਹੈਗਾ ਫੀਲਡ ਇਫੈਕਟ ਟ੍ਰਾਂਜ਼ਿਸਟਰ। ਫੀਲਡ ਇਫੈਕਟ ਟ੍ਰਾਂਜ਼ਿਸਟਰ ਆਪਾਂ ਪਾਵਰ ਐਂਪਲੀਫਾਇਰਸ ਤੇ ਆਸੀਲੇਟਰਸ ਲਈ ਯੂਜ਼ ਕਰਦੇ ਹਾਂ। ਹਾਲਾਂਕਿ ਫੀਲਡ ਇਫੈਕਟ ਟ੍ਰਾਂਜ਼ਿਸਟਰ ਦੇ ਜਿਹੜੇ ਟਰਮੀਨਲਸ ਹੈਗੇ ਆ ਡਰੇਨ, ਸੋਰਸ ਐਂਡ ਗੇਟ ਇਹਦੇ ਟਰਮੀਨਲਸ ਹੁੰਦੇ, ਡਰੇਨ, ਸੋਰਸ ਐਂਡ ਗੇਟ। ਦੇਖਣ ਨੂੰ ਇਹ ਇਸ ਤਰ੍ਹਾਂ ਦਾ ਲੱਗਦਾ, ਇਹਦੇ ਅੰਦਰ ਟਰਮੀਨਲ ਸਾਰੇ ਲਿਸਟਡ ਕੀਤੇ ਹੋਏ ਆ ਵੀ ਕਿਹੜਾ ਟਰਮੀਨਲ ਡਰੇਨ ਹੈ, ਕਿਹੜਾ ਸੋਰਸ ਹੈ, ਕਿਹੜਾ ਗੇਟ। ਉਸ ਤੋਂ ਬਾਅਦ FET ਤੋਂ ਬਾਅਦ ਆਉਂਦਾ SCR। SCR ਇੱਕ ਸਿਲੀਕਨ ਕੰਟਰੋਲ ਰੈਕਟੀਫਾਇਰ ਹੈਗਾ। ਬੇਸਿਕਲੀ SCR ਇੱਕ ਰੈਕਟੀਫਾਇਰ ਹੈਗਾ। ਇਹਦੇ ਅੰਦਰ ਜਿਹੜੇ ਟਰਮੀਨਲਸ ਹੁੰਦੇ ਉਹ ਹੁੰਦੇ ਐਨੋਡ, ਕੈਥੋਡ ਤੇ ਗੇਟ, ਠੀਕ ਹੈ। ਤੇ SCR ਜਿਹੜਾ ਪਾਵਰ ਕੰਟਰੋਲ, ਪਾਵਰ ਇਲੈਕਟ੍ਰੋਨਿਕਸ 'ਚ ਯੂਜ਼ ਹੁੰਦਾ ਟੂ ਕੰਟਰੋਲ ਦਾ ਪਾਵਰ। ਨੈਕਸਟ ਇੰਪੋਰਟੈਂਟ ਔਰ ਇਹਦੇ ਨਾਲ ਹੀ ਥੋੜਾ ਮਿਲਦਾ ਜੁਲਦਾ SCR ਦੇ ਨਾਲ ਦੈਟ ਇਜ਼ ਟਰਾਇਕ। ਬਸ ਥੋੜਾ ਜਿਹਾ ਡਿਫਰੈਂਸ ਹੈ ਇਹਨਾਂ ਦੋਨਾਂ ਦੇ ਵਿੱਚ। ਇਹਦੇ ਅੰਦਰ ਹੁੰਦਾ ਐਨੋਡ, ਕੈਥੋਡ ਤੇ ਗੇਟ। ਆਪਾਂ ਗੇਟ ਟਰਮੀਨਲ ਤੋਂ ਆਪਾਂ ਜਿਹੜੀ ਹੈ ਇਹਦੀ ਕਰੰਟ ਵੈਲਿਊ ਨੂੰ ਕੰਟਰੋਲ ਕਰ ਸਕਦੇ ਹਾਂ। ਇੱਕ ਹੈਗੀ ਟਰਾਇਕ, ਦੂਸਰੀ ਹੈਗੀ ਡਾਇਕ। ਡਾਇਕ ਦੇ ਅੰਦਰ ਦੋ ਹੀ ਟਰਮੀਨਲਸ ਹੁੰਦੇ ਆ, ਇਹਦੇ ਅੰਦਰ ਤੀਸਰਾ ਟਰਮੀਨਲ ਨਹੀਂ ਹੁੰਦਾ।
ਇਹਦੇ ਅੰਦਰ ਡਾਇਕ ਦੇ ਅੰਦਰ ਦੋ ਹੀ ਟਰਮੀਨਲਸ ਹੁੰਦੇ, ਇਹ ਵੀ ਪਾਵਰ ਇਲੈਕਟ੍ਰੋਨਿਕਸ 'ਚ ਯੂਜ਼ ਕਰਦੇ ਆਪਾਂ। ਇਲੈਕਟ੍ਰੋਨਿਕਸ ਦੇ ਵਿੱਚ ਕੁਝ ਟਰਮਸ ਜਿਹੜੀਆਂ ਬਹੁਤ ਇੰਪੋਰਟੈਂਸ ਰੱਖਦੀਆਂ। ਪਹਿਲੀ ਟਰਮ ਹੈਗੀ ਕਰੰਟ ਕੀ ਹੁੰਦਾ, ਵੋਲਟੇਜ ਕਿਹਨੂੰ ਕਹਿੰਦੇ ਆ ਤੇ ਪਾਵਰ ਕਿਹਨੂੰ ਕਹਿੰਦੇ ਆ, ਤੇ ਕਰੰਟ, ਵੋਲਟੇਜ ਤੇ ਪਾਵਰ ਦਾ ਕੀ ਰਿਲੇਸ਼ਨ ਹੈ। ਸਭ ਤੋਂ ਪਹਿਲਾਂ ਆਪਾਂ ਕਰੰਟ ਤੇ ਆ ਜਾਂਦੇ ਹਾਂ। ਜਦ ਵੀ ਕਿਸੇ ਕੰਡਕਟਰ ਦੇ ਅੰਦਰ ਕਰੰਟ ਫਲੋ ਕਰਦਾ ਹੈ ਤਾਂ ਉਹਦੇ ਅੰਦਰ ਹੁੰਦਾ ਕੀ ਹੈ, ਜਿਹੜੇ ਇਲੈਕਟ੍ਰੋਨਸ ਹੁੰਦੇ ਆ ਉਹਦੇ ਅੰਦਰ ਉਹ ਫਲੋ ਕਰਦੇ। ਜੇ ਇਲੈਕਟ੍ਰੋਨਸ ਚੱਲਣਗੇ ਤਾਂ ਆਪਾਂ ਕਹਾਂਗੇ ਕਿ ਕਰੰਟ ਜੋ ਹੈ ਫਲੋ ਕਰ ਰਿਹਾ, ਤੇ ਇਲੈਕਟ੍ਰੋਨਸ ਨਹੀਂ ਚੱਲਣਗੇ ਤਾਂ ਆਪਾਂ ਕਹਾਂਗੇ ਕਰੰਟ ਫਲੋ ਨਹੀਂ ਕਰ ਰਿਹਾ। ਤੇ ਇਲੈਕਟ੍ਰੋਨਸ ਅਗਰ ਨੂੰ ਫਲੋ ਕਰਵਾਉਣਾ ਹੈ ਤਾਂ ਉਹਦੇ ਅੰਦਰ ਫ੍ਰੀ ਇਲੈਕਟ੍ਰੋਨਸ ਹੋਣੇ ਜ਼ਰੂਰੀ ਹੈ, ਤਾਂ ਕਰੰਟ ਉਹਨੂੰ ਕਹਿੰਦੇ ਆ, ਔਰ ਉਹਦੀ ਹੈਗੀ ਹੈ ਯੂਨਿਟ ਐਂਪੀਅਰ। ਕਰੰਟ ਨੂੰ ਡਿਨੋਟ ਕਰਦੇ ਹਾਂ ਆਪਾਂ ਕੈਪੀਟਲ I ਦੇ ਨਾਲ। ਇਸ ਤਰ੍ਹਾਂ ਹੁਣ ਨੈਕਸਟ ਇੰਪੋਰਟੈਂਟ ਚੀਜ਼ ਹੈਗੀ ਵੋਲਟੇਜ। ਵੋਲਟੇਜ ਕੀ ਹੁੰਦੀ ਹੈ, ਦੋ ਟਰਮੀਨਲ, ਜਿਵੇਂ ਕਿ ਇੱਕ ਕੰਡਕਟਰ ਹੈਗਾ, ਰੈਜ਼ਿਸਟੈਂਸ ਹੈਗਾ, ਇਹਦੇ ਆਹ ਵਾਲੇ ਟਰਮੀਨਲ ਤੇ ਆਹ ਵਾਲੇ ਟਰਮੀਨਲ ਦੇ ਵਿੱਚ ਵੋਲਟੇਜ ਡਿਫਰੈਂਸ ਹੋਣਾ ਚਾਹੀਦਾ। ਮੰਨ ਕਰਕੇ ਚੱਲਦੇ ਹਾਂ ਆਪਾਂ 5 ਵੋਲਟ ਅਪਲਾਈ ਕੀਤੀ ਤੇ 5 ਵੋਲਟ ਇੱਥੇ ਆਏਗਾ, ਇੱਥੇ 0 ਵੋਲਟ ਹੋਣੀ ਚਾਹੀਦੀ ਹੈ, ਤਾਂ ਕਿ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕਿੰਨਾ ਹੋ ਗਿਆ, 5 ਵੋਲਟ। ਯਾਨੀ ਕਿ ਇਹਦੇ ਟਰਮੀਨਲਸ ਦੇ ਅਕ੍ਰੋਸ ਅਗਰ ਪੋਟੈਂਸ਼ੀਅਲ ਡਿਫਰੈਂਸ ਹੋਏਗਾ ਤਾਂ ਉਹਨੂੰ ਵੋਲਟੇਜ ਕਹਿੰਦੇ। ਅਗਰ ਤੁਸੀਂ ਵੋਲਟੇਜ ਅਪਲਾਈ ਕਰੋਗੇ ਤਾਂ ਹੀ ਕਰੰਟ ਆਊਗਾ, ਕਰੰਟ ਆਪਣੇ ਆਪ ਨਹੀਂ ਆ ਜਾਣਾ। ਕਰੰਟ ਤਾਂ ਵੋਲਟੇਜ ਜਦ ਤੁਸੀਂ ਅਪਲਾਈ ਕਰਨੀ ਹੈ, ਕੋਈ ਵੋਲਟੇਜ ਡਿਫਰੈਂਸ ਦੇਣਾ ਹੈ ਇਹਦੇ ਅਕ੍ਰੋਸ, ਇਸ ਟਰਮੀਨਲ ਦੇ ਅਕ੍ਰੋਸ, ਤਾਂ ਕਰੰਟ ਇਹਦੇ 'ਚ ਫਲੋ ਕਰਨਾ ਸ਼ੁਰੂ ਕਰ। ਸੋ ਵਾਟ ਇਜ਼ ਵੋਲਟੇਜ? ਵੋਲਟੇਜ ਇਜ਼ ਬੇਸਿਕਲੀ ਇਟ ਇਜ਼ ਦ ਡਿਫਰੈਂਸ ਆਫ ਪੋਟੈਂਸ਼ੀਅਲ ਅਕ੍ਰੋਸ ਦੀ ਟਰਮੀਨਲਸ ਆਫ ਕੰਡਕਟਰ। ਇਹਦੇ ਔਰ ਇਸ ਟਰਮੀਨਲ ਦੇ ਵਿੱਚ ਕਿਹੜਾ ਡਿਫਰੈਂਸ ਹੈ, ਦੈਟ ਇਜ਼ ਨੋਨ ਐਜ਼ ਵੋਲਟੇਜ। ਐਂਡ ਵੋਲਟੇਜ ਨੂੰ ਆਪਾਂ ਡਿਨੋਟ ਕਰਦੇ ਹਾਂ ਕੈਪੀਟਲ V ਦੇ ਨਾਲ, ਔਰ ਇਹਦੀ ਯੂਨਿਟ ਹੈਗੀ V। ਇੱਕ ਸਾਇੰਟਿਸਟ ਸੀਗਾ, ਉਹਨੇ ਇੱਕ ਰਿਲੇਸ਼ਨ ਦਿੱਤਾ ਵੋਲਟੇਜ ਔਰ ਕਰੰਟ ਦਾ ਇਲੈਕਟ੍ਰੋਨਿਕਸ 'ਚ। ਉਹਨੇ ਕਿਹਾ ਕਿ ਜਿਹੜਾ ਵੀ ਇਹਦੇ ਅੰਦਰ ਕਰੰਟ ਫਲੋ ਕਰੇਗਾ, ਜਿੰਨੀ ਤੁਸੀਂ ਵੋਲਟੇਜ ਵਧਾਉਂਦੇ ਜਾਓਗੇ ਉਨਾ ਹੀ ਕਰੰਟ ਵੱਧਦਾ ਜਾਏਗਾ। ਸੋ ਦੈਟ ਇਜ਼ ਦ ਕਰੰਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਵੋਲਟੇਜ ਅਪਲਾਈ। ਐਂਡ ਆਪਾਂ ਇਹ ਪ੍ਰੋਪੋਰਸ਼ਨਲਿਟੀ ਕਾਂਸਟੈਂਟ ਨੂੰ ਹਟਾਉਣ ਲਈ ਇੱਕ ਕਾਂਸਟੈਂਟ ਲਗਾਵਾਂਗੇ, R ਆਪਾਂ ਕਾਂਸਟੈਂਟ ਲਗਾਤਾ ਤਾਂ V = IR ਹੋ ਗਿਆ। ਸੋ ਆਪਾਂ ਜੇ ਰੈਜ਼ਿਸਟੈਂਸ ਕੱਢਣਾ, ਆਪਾਂ ਨੂੰ ਵੋਲਟੇਜ ਔਰ ਕਰੰਟ ਪਤਾ ਹੈ, ਤਾਂ ਰੈਜ਼ਿਸਟੈਂਸ ਕੱਢਣਾ ਹੋਇਆ ਆਪਾਂ ਕਿਵੇਂ ਕੱਢਾਂਗੇ, V ਨੂੰ I ਦੇ ਨਾਲ ਡਿਵਾਈਡ ਕਰਕੇ ਆਪਾਂ ਰੈਜ਼ਿਸਟੈਂਸ ਕਰ ਸਕਦੇ। ਇਹ ਕੋਈ ਵੀ ਇਕੁਏਸ਼ਨ ਦੇ ਅੰਦਰ ਦੋ ਵੈਰੀਏਬਲਸ ਤੁਹਾਨੂੰ ਪਤਾ ਹੋਣ ਤੇ ਤੀਸਰਾ ਵੈਰੀਏਬਲ ਨਿਕਲ ਜਾਂਦਾ। ਅਗਰ ਤੁਹਾਨੂੰ वोल्टेज और रेजिस्टेंस पता है तो करंट निकल जाएगा, वोल्टेज और करंट पता है तो वोल्टेज और करंट पता है रेजिस्टेंस निकल जाएगा, और वोल्टेज और रेजिस्टेंस पता है तो करंट निकल जाएगा। हुण ये वाली एक्सप्रैशन तो आप पावर कढ़ते हैं भी पावर किस तरह, पावर जिहड़ी हुंदी है दैट इज अगर वोल्टेज नूं आपां करंट नाल मल्टीप्लाई कर दईए तो पावर निकल जाती है। ਹੁਣ V = IR ਪਾਤਾ, ਇਹਦੇ ਵਿੱਚ V = IR ਪਾਤਾ ਤਾਂ ਕਿੰਨਾ ਹੋ ਗਿਆ I²R, ਯਾਨੀ ਕਿ ਪਾਵਰ ਕਿਹਦੇ ਬਰਾਬਰ ਹੋਗੀ I²R। ਹੁਣ ਕਦੀ ਕਦੀ ਤੁਹਾਨੂੰ ਵੋਲਟੇਜ ਔਰ ਕਰੰਟ ਦੀ ਵੈਲਿਊ ਦਿੱਤੀ ਹੁੰਦੀ ਹੈ, ਪਾਵਰ ਕੱਢਣਾ ਤਾਂ ਉਹਨੂੰ ਮਲਟੀਪਲਾਈ ਕਰਕੇ ਪਾਵਰ ਨਿਕਲ ਗਈ। ਜੇ ਤੁਹਾਨੂੰ ਪਾਵਰ ਦਿੱਤੀ ਹੈ, ਵੋਲਟੇਜ ਦਿੱਤੀ ਹੈ ਤਾਂ ਕਰੰਟ ਕੱਢਣਾ, ਤਾਂ ਪਾਵਰ ਨੂੰ ਆਪਾਂ ਵੋਲਟੇਜ ਨਾਲ ਡਿਵਾਈਡ ਕਰਕੇ ਕਰੰਟ ਕੱਢ ਲਿਆ। ਪਾਵਰ ਨੂੰ ਆਪਾਂ ਕਰੰਟ ਨਾਲ ਡਿਵਾਈਡ ਕਰਾਂਗੇ ਤਾਂ ਵੋਲਟੇਜ ਨਿਕਲ ਜਾਏਗੀ। ਔਰ ਜਦ ਰੈਜ਼ਿਸਟੈਂਸ ਦੇ ਅੰਦਰ ਕਰੰਟ ਚੱਲਦਾ ਹੈ ਤਾਂ ਇਹਦੇ ਅੰਦਰ ਹੀਟਿੰਗ ਹੁੰਦੀ ਹੈ ਰੈਜ਼ਿਸਟੈਂਸ ਦੇ ਅੰਦਰ, ਤੇ ਰੈਜ਼ਿਸਟੈਂਸ 'ਚ ਅਗਰ ਆਪਾਂ ਲੌਸਸ ਕੱਢਣੇ ਆ ਤਾਂ ਆਪਾਂ I²R ਨੂੰ ਯੂਜ਼ ਕਰਾਂਗੇ। ਤੇ ਆਪਾਂ ਹੁਣ ਆਉਂਦੇ ਹਾਂ ਤੁਹਾਡੇ ਚੈਪਟਰ ਤੇ। ਬਾਕੀ ਜਿਹੜਾ ਚੈਪਟਰ ਤੁਸੀਂ ਪੜ੍ਹਿਆ ਸੈਮੀ ਕੰਡਕਟਰ ਡਾਇਓਡਸ ਦਾ ਚੈਪਟਰ ਪੜ੍ਹਿਆ, ਉਹਦੇ ਅੰਦਰ ਤੁਸੀਂ ਪੜ੍ਹਿਆ ਕਿ PN ਜੰਕਸ਼ਨ ਦੇ ਅੰਦਰ ਕਿਸ ਤਰ੍ਹਾਂ ਦੀ ਵਰਕਿੰਗ ਹੁੰਦੀ ਹੈ। PN ਜੰਕਸ਼ਨ ਦੇ ਅੰਦਰ ਦੋ ਟਰਮਸ ਤੁਸੀਂ ਯਾਦ ਰੱਖਣੀਆਂ, ਵਨ ਇਜ਼ ਡਿਪਲੀਸ਼ਨ ਲੇਅਰ, ਅਨਦਰ ਇਜ਼ ਪੋਟੈਂਸ਼ੀਅਲ ਵੈਲੀ। ਜਿਹੜਾ P ਟਾਈਪ ਸੈਮੀ ਕੰਡਕਟਰ ਹੈਗਾ, ਉਹਦੇ ਅੰਦਰ ਜਿਹੜੇ ਆਇਨਸ ਹੋਣਗੇ ਉਹ ਨੈਗੇਟਿਵਲੀ ਚਾਰਜਡ ਇਮੋਬਾਈਲ ਆਇਨਸ ਹੋਣਗੇ। ਇਹਦੇ ਅੰਦਰ N ਟਾਈਪ 'ਚ ਅੰਦਰ ਪੋਜ਼ਿਟਿਵਲੀ ਚਾਰਜ ਇਮੋਬਾਈਲਸ ਹੁੰਦੇ, ਤੇ ਪੋਜ਼ਿਟਿਵਲੀ ਚਾਰਜ ਇਮੋਬਾਈਲ ਆਇਨਸ ਜਿਹੜੇ ਆ ਉਹਦੇ ਨਾਲ ਇਲੈਕਟ੍ਰੋਨਸ ਹੁੰਦੇ, ਇਹਦੇ ਨਾਲ ਹੋਲਸ ਹੁੰਦੇ। ਜਦ ਆਪਾਂ ਇਲੈਕਟ੍ਰੋਨਸ ਔਰ ਹੋਲਸ, ਜਦ ਆਪਾਂ ਇਲੈਕਟ੍ਰੋਨ ਜਿਹੜਾ ਹੁੰਦਾ ਉਹ ਨੈਗੇਟਿਵਲੀ ਚਾਰਜ ਹੁੰਦਾ ਔਰ ਹੋਲ ਹੁੰਦਾ ਪੋਜ਼ਿਟਿਵਲੀ ਚਾਰਜ ਹੁੰਦਾ, ਤੇ ਇਲੈਕਟ੍ਰੋਨ ਔਰ ਹੋਲਸ ਆਪਸ 'ਚ ਅਟਰੈਕਟ ਕਰਦੇ ਆ, ਤਾਂ ਕੁਝ ਇਲੈਕਟ੍ਰੋਨਸ ਔਰ ਹੋਲਸ ਜਿਹੜੇ ਇਹਦੇ ਨਜ਼ਦੀਕ ਹੁੰਦੇ, ਜੰਕਸ਼ਨ ਦੇ ਨਜ਼ਦੀਕ ਹੁੰਦੇ ਆ, ਉਹ ਆਪਸ 'ਚ ਰੀਕੰਬਾਈਨ ਕਰ ਜਾਂਦੇ ਆ। ਜਦ ਇਲੈਕਟ੍ਰੋਨ ਔਰ ਹੋਲ ਰੀਕੰਬਾਈਨ ਕਰਦਾ ਉਹ ਫਿਨਿਸ਼ ਹੋ ਜਾਂਦਾ। ਤਾਂ ਇਹ ਜਿਹੜੀ ਆਪਾਂ ਲਾਈਨ ਪਾਈ ਆ ਅਕਰੋਸ ਦਾ PN ਜੰਕਸ਼ਨ, ਇਹ ਸ਼ੋ ਕਰਦੀ ਕਿ ਇੱਥੇ ਜਿਹੜੇ ਇਲੈਕਟ੍ਰੋਨ ਔਰ ਹੋਲ ਸੀਗੇ ਉਹ ਖਤਮ ਹੋ ਚੁੱਕੇ। ਜਦ ਇਲੈਕਟ੍ਰੋਨ ਔਰ ਹੋਲ ਆਪਸ 'ਚ ਰੀਕੰਬਾਈਨ ਕਰ ਗਏ ਤਾਂ ਜਿਹੜੇ ਇਮੋਬਾਈਲ ਆਇਨਸ ਇੱਥੇ ਹੋਣਗੇ, ਯਾਨੀ ਕਿ ਇਹ ਨੈਗੇਟਿਵਲੀ ਚਾਰਜ ਇਮੋਬਾਈਲ ਆਇਨਸ ਹੈਗੇ P ਟਾਈਪ 'ਚ, N ਟਾਈਪ 'ਚ ਪੋਜ਼ਿਟਿਵਲੀ ਚਾਰਜ ਇਮੋਬਾਈਲ ਆਇਨਸ ਹੋ ਗਏ, ਉਹ ਵਿਦਾਊਟ ਐਨੀ ਚਾਰਜ ਰਹਿ ਜਾਣਗੇ।
ਦੇ ਵਿਲ ਬੀ ਅਨਕੰਪਨਸੇਟਡ ਚਾਰਜ, ਵਿਦਾਊਟ ਐਨੀ ਚਾਰਜ ਰਹਿ ਜਾਣਗੇ। ਔਰ ਉਹ ਜਦ ਵਿਦਾਊਟ ਐਨੀ ਚਾਰਜ ਰਹਿ ਜਾਣਗੇ, ਵਿਦਾਊਟ ਐਨੀ ਇਲੈਕਟ੍ਰੋਨ ਔਰ ਹੋਲ ਲੈ ਜਾਣਗੇ, ਤਾਂ ਪੋਜ਼ਿਟਿਵ ਚਾਰਜ ਔਰ ਨੈਗੇਟਿਵ ਚਾਰਜ ਦੇ ਵਿੱਚ ਕੋਈ ਇੱਕ ਫੋਰਸ ਡਿਵੈਲਪ ਹੋ ਜਾਂਦੀ ਹੈ। ਉਸ ਫੋਰਸ ਦੇ ਡਿਵੈਲਪ ਹੋਣ ਦੇ ਕਾਰਨ ਉਹਦੇ ਅੰਦਰ ਪੋਟੈਂਸ਼ੀਅਲ ਬੈਰੀਅਰ ਆ ਜਾਂਦਾ। ਇਸ ਲਈ ਇਸ ਜੰਕਸ਼ਨ ਦੇ ਅਕ੍ਰੋਸ ਜਿਹੜਾ ਹੈ ਇੱਕ ਪੋਟੈਂਸ਼ੀਅਲ ਬੈਰੀਅਰ ਡਿਵੈਲਪ ਹੋ ਜਾਂਦਾ। ਉਹ ਪੋਟੈਂਸ਼ੀਅਲ ਬੈਰੀਅਰ ਦੀ ਵੈਲਿਊ ਜਿਹੜੀ ਹੈ 0.7 ਹੈਗੀ ਸਿਲੀਕॉन ਲਈ, 0.3 ਹੈਗੀ ਜਰਮੇਨੀਅਮ ਲਈ। ਤੇ ਇਹ ਜਿਹੜੇ ਇਹਦੇ ਅਕ੍ਰੋਸ ਜੰਕਸ਼ਨ ਦੇ ਅਕ੍ਰੋਸ ਇਮੋਬਾਈਲ ਆਇਨਸ ਇਕੱਠੇ ਹੋ ਜਾਂਦੇ ਆ। ਇਹਦੇ ਕਾਰਨ ਜਿਹੜੀ ਲੇਅਰ ਬਣ ਜਾਂਦੀ ਹੈ, ਜਿਵੇਂ ਇੱਥੇ ਤੋਂ ਲੈ ਕੇ ਇੱਥੇ ਤੱਕ ਲੇਅਰ ਬਣ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਡਿਪਲੀਸ਼ਨ ਲੇਅਰ। ਉਹਦਾ ਨਾਮ ਬੇਸਿਕਲੀ ਡਿਪਲੀਸ਼ਨ ਲੇਅਰ ਇਸ ਲਈ ਰੱਖਿਆ ਹੈ ਕਿਉਂਕਿ ਉਹਦੇ ਅੰਦਰ ਕੋਈ ਵੀ ਉਹ ਅਨਨਿਊਟਰਲਾਈਜ਼ਡ ਇਮੋਬਾਈਲ ਆਇਨਸ ਹੈਗੇ, ਉਹ ਨਿਊਟਰਲਾਈਜ਼ ਨਹੀਂ ਹੈ, ਇਹਦੇ ਅੰਦਰ ਇਲੈਕਟ੍ਰੋਨ ਔਰ ਹੋਲ ਖਤਮ ਹੋ ਚੁੱਕੇ। ਇਸ ਲਈ ਡਿਪਲੀਸ਼ਨ ਆਪਾਂ ਇਹਨੂੰ ਕਹਿੰਦੇ ਹਾਂ ਕਿ ਦੇ ਆਰ ਡਿਪਲੀਟਡ ਆਫ ਦੀ ਮੋਬਾਈਲ ਆਇਨਸ। ਮੋਬਾਈਲ ਆਇਨਸ ਬੇਸਿਕਲੀ ਕਿਹੜੇ ਕਿਹੜੇ ਹੁੰਦੇ ਆ? ਹੋਲਸ ਤੇ ਇਲੈਕਟ੍ਰੋਨਸ। ਹੋਲਸ ਤੇ ਇਲੈਕਟ੍ਰੋਨਸ ਮੂਵ ਕਰਦੇ ਆ, ਆ ਜਿਹੜਾ ਪੋਜ਼ਿਟਿਵ ਤੇ ਨੈਗੇਟਿਵ ਹੁੰਦੇ ਇਹ ਮੂਵ ਨਹੀਂ ਕਰ ਸਕਦੇ।